हेलो स्टूडेंट्स, हाउ आर यू? वेलकम टू योर बॉटनी ਲੈਕਚਰ। बेटा ਆਪਾਂ पढ़ रहे सी एडिफिक फैक्टर ਦੇ ਵਿੱਚ ਅਸੀਂ ਸੋਇਲ ਪ੍ਰੋਫਾਈਲ ਪੜਾਂਗੇ। ਸੋਇਲ ਪ੍ਰੋਫਾਈਲ ਜਿਹੜੀ ਆ ਉਹ ਹੁੰਦੀ ਆ ਵਰਟੀਕਲ ਸੈਕਸ਼ਨ ਆਫ ਦਾ ਸੋਇਲ ਅਸੀਂ ਕਹਿ ਸਕਦੇ ਹਾਂ, ਜਾਂ ਡਿਫਰੈਂਟ ਲੇਅਰਸ ਜਿਹੜੀਆਂ ਸੋਇਲ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਆ, ਡਿਫਰੈਂਟ ਮਟੀਰੀਅਲਸ ਦੀਆਂ, ਡਿਫਰੈਂਟ ਕੰਟੈਂਟਸ ਦੀਆਂ, ਉਹਨੂੰ ਆਪਾਂ ਕਹਿੰਦੇ ਆ ਸੋਇਲ ਪ੍ਰੋਫਾਈਲ। ਤੇ ਇੱਕ ਜਿਹੜੀ ਲੇਅਰ ਆ ਉਹਨੂੰ ਆਪਾਂ ਕਹਿੰਦੇ ਆ ਹੌਰੀਜ਼ੋਨ। ਸੋ ਸੋਇਲ ਜਿਹੜੀ ਆ ਉਹ ਡਿਫਰੈਂਟ ਹੌਰੀਜ਼ੋਨਸ ਦੇ ਵਿੱਚ ਕਲਾਸੀਫਾਈਡ ਹੁੰਦੀ ਆ ਜਾਂ ਡਿਵਾਈਡਡ ਹੁੰਦੀ ਆ। ਜਿਵੇਂ ਏ ਇਹ ਡਾਇਗਰਾਮ ਦੇ ਵਿੱਚ ਦੇਖੋ ਕਲੀਅਰ ਦਿਖ ਰਹੇ ਆ। ਇਸੇ ਡਾਇਗਰਾਮ ਨੂੰ ਆਪਾਂ ਡਿਸਕ੍ਰਿਪਟਿਵ ਪੜ੍ਹਨਾ ਆ। ਅਤੇ ਬੇਟਾ ਇੱਕ ਜਿਹੜਾ ਮੇਨ ਹੈਗਾ ਆ ਐਡੀਫਿਕ ਫੈਕਟਰ ਦੇ ਵਿੱਚ ਆਪਾਂ ਐਡੀਫਿਕ ਫੈਕਟਰ ਮੀਨ ਸੋਇਲ, ਅਤੇ ਸੋਇਲ ਵਰਡ ਜਿਹੜਾ ਆ ਉਹ ਡਿਰਾਈਵਡ ਹੁੰਦਾ ਆ ਲੈਟਿਨ ਭਾਸ਼ਾ ਦੇ ਵਰਡ ਸੋਲਮ ਤੋਂ। ਅਤੇ ਮੇਨ ਅਸੀਂ ਇਹਦੇ ਵਿੱਚ ਅੱਜ ਹੌਰੀਜ਼ੋਨਸ ਪੜ੍ਹਨਾ ਆ। ਅਤੇ ਪਿਛਲੀ ਵੀਡੀਓ ਦੇ ਵਿੱਚ ਮੈਂ ਸੋਇਲ ਵਰਡ ਗ੍ਰੀਕ ਭਾਸ਼ਾ ਤੋਂ ਬੋਲਿਆ ਸੀ, ਉਹ ਮੇਰੀ ਮਿਸਟੇਕ ਹੈ। ਲੈਟਿਨ ਭਾਸ਼ਾ ਤੋਂ ਡਿਰਾਈਵਡ ਹੁੰਦਾ, ਲਿਖਿਆ ਠੀਕ ਹੈ ਉੱਥੇ। ਫਿਰ ਜੇ ਹੁਣ ਅਸੀਂ ਗੱਲ ਕਰੀਏ ਕਿ ਹੌਰੀਜ਼ੋਨਸ, ਮੈਂ ਪਹਿਲਾਂ ਵੀ ਦੱਸਿਆ ਕਿ ਸਿੰਗਲ ਲੇਅਰ ਆਫ ਸੋਇਲ ਕੰਟੈਂਟ ਜਿਹੜੀ ਆ ਉਹਨੂੰ ਅਸੀਂ ਹੌਰੀਜ਼ੋਨ ਕਹਿੰਦੇ ਹਾਂ। ਤਾਂ ਤੁਸੀਂ ਡਾਇਗਰਾਮ 'ਚ ਹੁਣੇ ਹੀ ਦੇਖਿਆ ਕਿ ਅੱਪਰ ਮੋਸਟ ਜਿਹੜੀ ਆਹ ਲੇਅਰ ਸੀਗੀ, ਆਹ ਦੇਖੋ ਡਾਇਗਰਾਮ ਦੇ ਵਿੱਚ ਅੱਪਰ ਮੋਸਟ ਲੇਅਰ ਜਿਹੜੀ ਆ ਉਹ ਹੌਰੀਜ਼ੋਨ ਹੈ, ਦਿਸ ਵਨ। ਅਤੇ ਉਹ ਹੌਰੀਜ਼ੋਨ ਨੂੰ ਡਿਫਰੈਂਟ ਆਹ ਵਾਲੀ ਉਹ ਹੌਰੀਜ਼ੋਨ ਆ, ਅਤੇ ਉਹ ਹੌਰੀਜ਼ੋਨ ਨੂੰ ਵੀ ਡਿਫਰੈਂਟ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਆ, ਜਿਵੇਂ O1 O2। ਅਤੇ ਇਹ ਸਾਰਾ ਅਸੀਂ ਡਿਸਕ੍ਰਿਪਟਿਵ ਪੜ੍ਹਦੇ ਹਾਂ। ਹੁਣ ਜੇ ਅਸੀਂ ਗੱਲ ਕਰੀਏ ਉਹ ਹੌਰੀਜ਼ੋਨ ਦੀ, ਤਾਂ ਉਹ ਹੌਰੀਜ਼ੋਨ ਜਿਹੜਾ ਆ ਬੇਟਾ ਇਹ ਅੱਪਰ ਮੋਸਟ ਹੌਰੀਜ਼ੋਨ ਆ ਸੋਇਲ ਪ੍ਰੋਫਾਈਲ ਦਾ। ਸਭ ਤੋਂ ਉੱਪਰ ਤੁਸੀਂ ਦੇਖਿਆ ਆ, ਇਹਨੂੰ ਉਹ ਮੀਨਸ ਔਰਗੈਨਿਕ, ਇਹਨੂੰ ਔਰਗੈਨਿਕ ਹੌਰੀਜ਼ੋਨ ਵੀ ਕਹਿੰਦੇ ਆ, ਕਿਉਂਕਿ ਇੱਥੇ ਮੇਨਲੀ ਜਿਹੜੇ ਜਿੱਦਾਂ ਬ੍ਰਾਂਚਿਸ, ਟਵਿਗਸ ਵਗੈਰਾ, ਪੱਤੀਆਂ ਪੁੱਤੀਆਂ ਪੇੜਾਂ ਤੋਂ ਡਿੱਗਦੀਆਂ ਆ ਨੀਚੇ, ਜਾਂ ਘਾਹ ਸੁੱਕ ਕੇ ਵਿੱਚ ਪਿਆ ਹੁੰਦਾ ਆ, ਜਾਂ ਐਕਸਕ੍ਰੀਟਾ ਆਫ ਸਮ ਇਨਸੈਕਟਸ, ਮਰੇ ਹੋਏ ਇਨਸੈਕਟਸ। ਤਾਂ ਇਹਨੂੰ ਆਪਾਂ ਕੰਬਾਈਨਲੀ ਕਹਿ ਦਈਦਾ ਔਰਗੈਨਿਕ ਮੈਟਰ। ਤਾਂ ਇਹ ਲਿਵਿੰਗ ਔਰਗੈਨਿਕ ਮੈਟਰ ਜਿਹੜਾ ਆ ਇਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਆ। ਜਾਂ ਹਲਕਾ ਜੇ ਕਿਤੇ ਮੀਂਹ ਮੂੰਹ ਪੈ ਗਿਆ ਹੋਇਆ, ਮਾੜਾ ਹੀ ਮੋਟਾ ਕੰਪੋਜੀਸ਼ਨ ਉਹਦਾ ਹੋਇਆ ਹੁੰਦਾ ਆ, ਪਰ ਪੂਰੀ ਤਰ੍ਹਾਂ ਨਹੀਂ। ਲਾਈਵ ਲੀਟਰ ਜਿਹੜਾ ਆ ਔਰਗੈਨਿਕ ਮੈਟਰ ਉਹ ਪ੍ਰੈਜ਼ੈਂਟ ਹੁੰਦਾ ਆ ਲਿਵਿੰਗ। ਹੁਣ ਇਹ ਜਿਹੜੇ ਹੌਰੀਜ਼ੋਨਸ ਆ ਇਹ ਕੰਪਲੀਟਲੀ ਐਬਸੈਂਟ ਹੁੰਦੇ ਆ ਗ੍ਰਾਸਲੈਂਡ ਦੇ ਵਿੱਚ, ਪਰ ਪ੍ਰੈਜ਼ੈਂਟ ਹੁੰਦੇ ਆ ਫੋਰੈਸਟ ਫਲੋਰ ਦੇ ਵਿੱਚ, ਸਪੈਸ਼ਲੀ ਇਨ ਟੈਂਪਰੇਟ ਰੀਜਨਸ। ਇਹ ਹੌਰੀਜ਼ੋਨ ਜਿਹੜਾ ਆ ਉਹ ਫਰਦਰ ਡਿਵਾਈਡਡ ਹੁੰਦਾ ਆ 2 ਸਬ ਲੇਅਰਸ 'ਚ ਜਾਂ 2 ਸਬ ਡਿਵੀਜ਼ਨਸ। ਹੁਣ ਕਿਉਂ ਇਹ ਗ੍ਰਾਸਲੈਂਡ 'ਚ ਐਬਸੈਂਟ ਹੁੰਦੇ ਆ? ਮੇ ਬੀ ਕਿ ਉੱਥੇ ਗਰੇਜ਼ਿੰਗ ਵਗੈਰਾ ਹੁੰਦੀ ਆ, ਜਾਂ ਪ੍ਰੋਪਰ ਕਹਿ ਲਓ ਕਿ ਲੀਟਰ ਬਹੁਤ ਜ਼ਿਆਦਾ ਲੀਟਰ ਨਹੀਂ ਬਣਦਾ ਕਿਉਂਕਿ ਟਰੀਜ਼ ਵਗੈਰਾ ਨਹੀਂ ਹੁੰਦੇ। ਇਹ ਕੁਡ ਬੀ ਦਾ ਰੀਜ਼ਨ। ਅਤੇ ਹੁਣ ਡਿਫਰੈਂਟ ਜਿਹੜੇ ਪਾਰਟਸ 'ਚ ਡਿਵਾਈਡਡ ਹੁੰਦਾ, ਉਹ ਪਹਿਲਾ ਹੈਗਾ ਆ O1 ਜਾਂ A00 ਰੀਜਨ ਵੀ ਆਪਾਂ ਇਹਨੂੰ ਕਹਿ ਦਈਦਾ ਆ। ਇਹ ਅੱਪਰ ਮੋਸਟ ਰੀਜਨ ਆ ਉਹ ਹੌਰੀਜ਼ੋਨ ਦਾ। ਇਹਦੇ ਵਿੱਚ ਫਰੈਸ਼ਲੀ ਫਾਲਨ ਲੀਵਸ, ਬ੍ਰਾਂਚਿਸ, ਫਲਾਵਰਸ, ਫਰੂਟ, ਸੀਡਸ ਵਗੈਰਾ, ਸਾਰੇ ਐਨੀਮਲਸ, ਇਨਸੈਕਟਸ ਜਿਹੜੇ ਡੈਡ ਹੋਏ ਹੁੰਦੇ ਆ, ਉਹ ਸਭ ਇੱਥੇ ਪ੍ਰੈਜ਼ੈਂਟ ਹੁੰਦੇ ਆ। ਇਹਨੂੰ ਆਪਾਂ ਲੀਟਰ ਲੇਅਰ ਵੀ ਕਹਿੰਦੇ ਆ। ਔਰਗੈਨਿਕ ਮੈਟਰ ਨੂੰ ਲੀਟਰ ਵੀ ਕਹਿੰਦੇ ਆ, ਸੋ ਇਹਨੂੰ ਲੀਟਰ ਲੇਅਰ ਵੀ ਕਹਿ ਸਕਦੇ ਹਾਂ। ਔਰ ਇੱਥੇ ਜਿਹੜਾ ਆ ਮੇਨਲੀ ਇਹ ਕੰਸਿਸਟ ਹੁੰਦਾ ਆ ਮਚ ਆਫ ਅਨਡੀਕੰਪੋਜ਼ਡ। ਮੈਂ ਪਹਿਲਾਂ ਵੀ ਦੱਸਿਆ ਔਰਗੈਨਿਕ ਡੇਬਰੀਜ਼। ਇਹ ਲੇਅਰ ਐਬਸੈਂਟ ਹੁੰਦੀ ਆ ਗ੍ਰਾਸਲੈਂਡ ਦੇ ਵਿੱਚ ਅਤੇ ਪ੍ਰੈਜ਼ੈਂਟ ਹੁੰਦੀ ਆ ਫੋਰੈਸਟ ਲੈਂਡ 'ਚ। ਅਤੇ ਫਿਰ ਅਸੀਂ ਗੱਲ ਕਰੀਏ O2 A0 ਰੀਜਨ ਵੀ ਕਹਿੰਦੇ ਆ। ਇਹ O1 ਦੇ ਥੱਲੇ ਪ੍ਰੈਜ਼ੈਂਟ ਹੁੰਦੀ ਆ, ਤਾਂ ਸੈਕਿੰਡ ਲੇਅਰ ਹੋ ਗਈ ਇਹ। ਅਤੇ ਇਹਦੇ ਵਿੱਚ ਡੀਕੰਪੋਜੀਸ਼ਨ ਜਿਹੜਾ ਔਰਗੈਨਿਕ ਮੈਟਰ ਦਾ ਆ ਉਹ ਸਟਾਰਟ ਹੋ ਜਾਂਦਾ ਆ, ਹੈ ਨਾ। ਔਰ ਔਰਗੈਨਿਕ ਮੈਟਰ ਜਿਹੜਾ ਆ ਉਹ
डिफरेंट कह लो कि स्टेजेस ऑफ डीकंपोजिशन होंदी है कि कोई जिमें पत्तियां हो सकता है कि थोड़ा जिहा ज़्यादा गल गई होण, ब्रांचेस क्योंकि हार्ड होंदियां, ट्विग्स वगैरह बार्क हार्ड होंदी आ, तो हो सकता वो थोड़ी होर घट डीकंपोज्ड होई होवे। माइक्रो ऑर्गेनिज्म जिहड़े रिस्पोंसिबल होंदे आ फॉर डीकंपोजिशन, जिमें फंजाई, बैक्टीरिया है ना, स्लाइम मोल्स वगैरह, ਇਹ O2 ਰੀजन 'ਚ ਇਹ ਐਗਜ਼ਿਸਟ ਕਰਦੇ ਆ ਜਾਂ ਡਿਵੈਲਪ ਹੁੰਦੇ ਆ। ਮੈਟਾਬੋਲਿਕ ਪ੍ਰੋਸੈਸਿਸ ਜਿਵੇਂ ਫਰਮੈਂਟੇਸ਼ਨ ਹੋਇਆ ਜਾਂ ਹਿਊਮੀਫਿਕੇਸ਼ਨ ਹੋਇਆ, ਇਹ ਹਿਊਮੀਫਿਕੇਸ਼ਨ ਮੀਨਸ ਡੀਕੰਪੋਜੀਸ਼ਨ ਆਫ ਆਰਗੈਨਿਕ ਮੈਟਰ। ਸੋ ਇਹ ਜਿਹੜੇ ਹੈਗੇ ਆ O2 ਰੀਜਨਸ ਦੇ ਵਿੱਚ ਹੁੰਦਾ ਹੈ। ਫਿਰ ਬੇਟਾ ਸੈਕਿੰਡ ਜਿਹੜਾ ਹੋਰੀਜ਼ੋਨ ਆ ਉਹ ਹੈਗਾ ਆ A ਹੋਰੀਜ਼ੋਨ। ਇਹ ਹੋਰੀਜ਼ੋਨ ਜਿਹੜਾ ਆ ਓਬਵੀਅਸ ਹੈ ਕਿ ਉਹ ਹੋਰੀਜ਼ੋਨ ਦੇ ਨੀਚੇ ਪ੍ਰੈਜ਼ੈਂਟ ਹੁੰਦਾ ਹੈ ਇਹ ਹੋਰੀਜ਼ੋਨ, ਔਰ ਇਹ ਕਹਿ ਲਓ ਕਿ ਇਹਦੇ ਵਿੱਚ ਹੋਰ ਡੀਕੰਪੋਜੀਸ਼ਨ ਹੋਇਆ ਹੁੰਦਾ ਆ ਆਰਗੈਨਿਕ ਮੈਟਰ ਦਾ। ਪਲੱਸ ਉਸ ਤੋਂ ਇਲਾਵਾ ਇਹਦੇ ਵਿੱਚ ਕਹਿ ਲਓ ਕਿ ਡੀਕੰਪੋਜ਼ਡ ਪ੍ਰੋਡਕਟਸ ਜਾਂ ਮਾਈਕਰੋਬਸ ਹੋਰ ਜ਼ਿਆਦਾ ਪ੍ਰੈਜ਼ੈਂਟ ਹੁੰਦੇ ਆ। ਇਹ ਹੋਰੀਜ਼ੋਨ ਦੇ ਵਿੱਚ ਇਹ ਸ਼ੋ ਕਰਦਾ ਆ ਜਿੱਦਾਂ ਹੁਣ ਆਰਗੈਨਿਕ ਕੰਪਾਊਂਡਸ ਜਿਵੇਂ ਕਹਿ ਲਓ ਕਿ ਆਇਰਨ ਹੋ ਗਿਆ, ਐਲੂਮੀਨੀਅਮ ਹੋ ਗਿਆ, ਸੌਲਟਸ ਕੁਛ ਹੋ ਗਏ, ਉੱਪਰਲੀ ਲੇਅਰ ਤੋਂ ਰਿਸ ਕੇ ਥੱਲੇ ਇਹ ਹੋਰੀਜ਼ੋਨ 'ਚ ਆ ਕੇ ਅਕਮੂਲੇਟ ਹੋਣੇ ਸਟਾਰਟ ਹੁੰਦੇ ਆ। ਇਹਨੂੰ ਅਪ ਥਰੂ ਲੀਚਿੰਗ, ਬਲੀਚਿੰਗ, ਤਾਂ ਇਹ ਹੈਗੇ ਆ ਇਹ ਹੋਰੀਜ਼ੋਨ। ਸੋ ਭਾਵੇਂ ਹੋ ਸਕਦਾ ਹੈ ਕਿ ਆਇਰਨ ਵਗੈਰਾ ਉਹ ਹੋਰੀਜ਼ੋਨ 'ਚ ਹੋਣ ਪਰ ਉਹ ਉੱਥੇ ਪ੍ਰੈਜ਼ੈਂਟ ਨਹੀਂ ਹੁੰਦੇ, ਆਪਾਂ ਨੂੰ ਉਹਦੀ ਜਿਹੜੀ ਪ੍ਰੈਜ਼ੈਂਸ ਆ ਉਹ ਦੇਖਣ ਨੂੰ ਨਹੀਂ ਮਿਲਦੀ ਹੈਗੀ। ਉਹ ਸਾਨੂੰ ਰਿਸ ਕੇ ਬਲੀਚ ਹੋ ਕੇ ਉਹ ਕਿੱਥੇ ਪਹੁੰਚ ਜਾਂਦੇ ਆ ਇਹ ਹੋਰੀਜ਼ੋਨ ਦੇ ਵਿੱਚ। ਡਾਊਨਵਰਡ ਮੂਵਮੈਂਟ ਹੋ ਜਾਂਦਾ ਉਹਨਾਂ ਦਾ ਇਨਟੂ ਇਹ ਹੋਰੀਜ਼ੋਨ। ਹੁਣ A ਨੂੰ ਵੀ ਦੋ ਭਾਗਾਂ 'ਚ ਵੰਡਿਆ ਹੋਇਆ ਆ, A1 ਅਤੇ A2 ਰੀਜਨ। A1 ਜਿਹੜਾ ਆ ਉਹਨੂੰ ਇਹ ਹੋਰੀਜ਼ੋਨ ਸਿੰਪਲੀ ਵੀ ਕਹਿ ਦਿੰਦੇ ਆ। ਇਹ ਰੀਜਨ ਜਿਹੜਾ ਆ ਇਹ ਜਸਟ ਬੀਨੀਥ ਦਾ O ਹੋਰੀਜ਼ੋਨ ਪ੍ਰੈਜ਼ੈਂਟ ਹੁੰਦਾ। ਇਹ ਤਾਂ ਹੁਣ ਤੁਸੀਂ ਜਦੋਂ ਡਾਇਗਰਾਮ 'ਚ ਦੇਖਿਆ ਟਰਨ ਬਾਏ ਟਰਨ ਲਿਖ ਹੀ ਦੇਣਾ ਆ ਕਿਹੜਾ ਕਿਹਦੇ ਥੱਲੇ ਆ। A1 ਰੀਜਨ ਜਿਹੜਾ ਆ ਉਹ ਡਾਰਕ ਇਨ ਕਲਰ, ਤਾਂ ਮੈਂ ਪਹਿਲਾਂ ਵੀ ਕਿਹਾ ਕਿ ਜ਼ਿਆਦਾ ਡੀਕੰਪੋਜੀਸ਼ਨ ਹੁੰਦਾ ਆਰਗੈਨਿਕ ਮੈਟਰ ਦਾ, ਜਿਹਦੇ ਕਾਰਨ ਡਾਰਕ ਕਲਰ ਸੋਇਲ ਦਾ ਹੋ ਜਾਂਦਾ ਆ। ਉੱਪਰਲੀ ਲੇਅਰਸ ਥੋੜ੍ਹੀਆਂ ਲਾਈਟਰ ਕਲਰ ਦੀਆਂ ਹੁੰਦੀਆਂ ਆ। ਅਤੇ ਇਹਦੇ ਵਿੱਚ ਜਦੋਂ ਡੀਕੰਪੋਜੀਸ਼ਨ ਹੁੰਦਾ ਆ ਤਾਂ ਉਹ ਜਿਹੜਾ ਉਹਦੇ ਪ੍ਰੋਡਕਟਸ ਬਣਦੇ ਆ, ਇਨਆਰਗੈਨਿਕ ਪ੍ਰੋਡਕਟਸ, ਆਰਗੈਨਿਕ ਪ੍ਰੋਡਕਟਸ, ਉਹ ਸਾਰੇ ਇੱਥੇ ਪ੍ਰੈਜ਼ੈਂਟ ਹੁੰਦੇ ਆ। ਅਤੇ ਡੀਕੰਪੋਜ਼ਡ ਆਰਗੈਨਿਕ ਮੈਟਰ ਜਦੋਂ ਇਨਆਰਗੈਨਿਕ ਮਟੀਰੀਅਲ ਨਾਲ ਮਿਕਸ ਹੁੰਦਾ ਆ ਤਾਂ ਉਹਨੂੰ ਆਪਾਂ ਕਹਿ ਦਿੰਦੇ ਹਿਊਮਸ। ਇਹ ਡੈਫੀਨੇਸ਼ਨ ਇੰਪੋਰਟੈਂਟ ਹੈ, ਇਹਨੂੰ ਤੁਸੀਂ ਯਾਦ ਰੱਖਣਾ ਆ। ਦੈਨ ਇਸ ਆਪਣਾ ਹੈਗਾ A2 ਰੀਜਨ, ਇਹਨੂੰ E ਹੋਰੀਜ਼ੋਨ ਵੀ ਕਹਿ ਦਈਦਾ ਆ, ਠੀਕ ਹੈ। ਹੁਣ ਇਹ ਜਿਹੜਾ ਹੈ ਨਾ ਫਿਰ ਤੇ ਲਾਈਟ ਕਲਰ ਦਾ ਹੁੰਦਾ ਆ ਇਹ ਵਾਲਾ A2 ਹੋਰੀਜ਼ੋਨ, ਕਿਉਂਕਿ ਇੱਥੇ ਮਿਨਰਲਸ ਜ਼ਿਆਦਾ ਪ੍ਰੈਜ਼ੈਂਟ ਹੁੰਦੇ ਆ। ਮਿਨਰਲ ਹੋਰੀਜ਼ੋਨ ਵੀ ਅਸੀਂ ਇਹਨੂੰ ਕਹਿ ਸਕਦੇ ਹਾਂ। ਆਰਗੈਨਿਕ ਮੈਟਰ ਇੱਥੇ ਘੱਟ ਹੋਏਗਾ, ਮੀਨਸ ਜਿੱਦਾਂ ਥੱਲੇ ਤੁਸੀਂ ਸੋਇਲ ਦੇ ਜਾਈ ਜਾਣਾ ਆ ਤਾਂ ਆਰਗੈਨਿਕ ਮੈਟਰ ਘੱਟ ਹੋਣਾ ਆ, ਇੱਥੇ ਮਿਨਰਲਸ ਜ਼ਿਆਦਾ ਹੋਣੇ ਆ A2 ਰੀਜਨ। ਇਹ ਰੀਜਨ ਦੇ ਵਿੱਚ ਐਲੂਵੀਏਸ਼ਨ ਹੁੰਦਾ ਆ। ਐਲੂਵੀਏਸ਼ਨ ਦਾ ਮਤਲਬ ਹੁੰਦਾ ਆ ਕਿ ਲੀਚਿੰਗ ਔਰ removal of clay particles, organic matter or oxides of iron and aluminium। ਅਤੇ ਇਹ ਕਿਉਂ ਹੁੰਦਾ ਆ, ਇਹਦਾ ਲੋਸ ਲੀਚਿੰਗ ਕਿਉਂ ਹੁੰਦੀ ਹੈ? ਬਿਕੋਜ਼ ਆਫ ਡੋਮੀਨੈਂਸ ਆਫ ਐਲੂਵੀਏਸ਼ਨ। ਇਸ ਰੀਜਨ ਨੂੰ ਅਸੀਂ E ਹੋਰੀਜ਼ੋਨ ਵੀ ਕਹਿੰਦੇ ਹਾਂ। ਅਤੇ ਅੰਡਰ ਕੋਨੀਫਰਸ ਫੋਰੈਸਟ A2 ਰੀਜਨ ਜਿਹੜਾ ਆ ਉਹਦੇ ਵਿੱਚ ਜ਼ਿਆਦਾ ਮਾਤਰਾ ਹੁੰਦੀ ਆ ਕੁਆਰਟਸ ਦੀ, ਠੀਕ ਹੈ। ਅਤੇ ਉਸ ਕੁਆਰਟਸ ਦੀ ਪ੍ਰੈਜ਼ੈਂਸ ਦੇ ਕਾਰਨ ਇਸ ਹੋਰੀਜ਼ੋਨ ਦਾ ਕਲਰ ਜਿਹੜਾ ਐਸ਼ੀ ਗ੍ਰੇ, ਸਵਾਹ ਜਿਹੜੀ ਹੁੰਦੀ ਆ ਗ੍ਰੇ ਕਲਰ ਦੀ, ਉਹਦਾ ਐਸ਼ ਮੈਨੇ ਸਵਾਹ ਗ੍ਰੇ ਕਲਰ ਹੁੰਦਾ ਆ ਇਸ A2 ਰੀਜਨ ਦਾ। ਕਿਉਂ? ਕਿਉਂਕਿ ਕੁਆਰਟਸ ਉੱਥੇ ਪ੍ਰੈਜ਼ੈਂਟ ਹੁੰਦਾ ਆ, ਠੀਕ ਹੈ।
ਫਿਰ ਜਿਹੜਾ ਅਸੀਂ ਗੱਲ ਕਰੀਏ ਬੀ ਹੋਰੀਜ਼ਨ, ਏ ਦੇ ਥੱਲੇ ਜਿਹੜਾ ਪ੍ਰੈਜ਼ੈਂਟ ਹੁੰਦਾ ਆ ਉਹ ਹੁੰਦਾ ਆ ਬੀ ਹੋਰੀਜ਼ਨ। ਬੀ ਹੋਰੀਜ਼ਨ ਜਿਹੜਾ ਆ ਇਹ ਬੀਨੀਥ ਦਾ ਏ ਹੋਰੀਜ਼ਨ, ਇਹ ਤੁਸੀਂ ਲਿਖਣਾ ਹੀ ਆ। ਇਹਦੇ ਵਿੱਚ ਕਰੈਕਟਰਾਈਜ਼ ਦਾ ਬਾਈ ਦਾ ਪ੍ਰੋਸੈਸ ਆਫ ਇਲੂਵੀਏਸ਼ਨ। ਹੁਣ ਬੇਟਾ ਦੋ ਪ੍ਰੋਸੈਸਸ ਆ, ਇੱਕ ਈ ਨਾਲ ਸਟਾਰਟ ਹੁੰਦਾ ਐਲੂਵੀਏਸ਼ਨ। ਐਲੂਵੀਏਸ਼ਨ ਮਤਲਬ ਲੀਚ ਹੋਣਾ ਕਲੇ ਸੌਲਸ, ਉਹ ਪਿੱਛੇ ਆਕਸਾਈਡਸ ਵਗੈਰਾ ਦਾ, ਆਇਰਨ ਐਲੂਮੀਨੀਅਮ ਵਗੈਰਾ ਦਾ, ਠੀਕ ਹੈ। ਅਤੇ ਇਹਦੇ ਵਿੱਚ ਹੁਣ ਲੀਚ ਹੋ ਕੇ ਕਿੱਥੇ ਜਾਣਗੇ? ਓਬਵੀਅਸ ਆ ਕਿ ਥੱਲੇ ਵਾਲੇ, ਹੋਰ ਥੱਲੇ ਜਿਹੜਾ ਹੋਰੀਜ਼ਨ ਆ ਉੱਥੇ ਹੀ ਜਾਣਗੇ, ਹੈ ਨਾ। ਬਾਹਰ ਤਾਂ ਕਿਤੇ ਨਿਕਲਣਾ ਨਹੀਂ, ਮਿੱਟੀ ਦੇ ਥੱਲੇ ਉਹ ਤਾਂ ਬਾਹਰ ਕਿੱਥੇ ਨਿਕਲਣਾ ਆ। ਤਾਂ ਬੀ ਹੋਰੀਜ਼ਨ ਜਿਹੜਾ ਆ ਏ ਦੇ ਥੱਲੇ ਹੁੰਦਾ ਆ। ਇਹਦੇ ਵਿੱਚ ਇਲੂਵੀਏਸ਼ਨ ਹੁੰਦਾ ਹੈ। ਇਲੂਵੀਏਸ਼ਨ ਮਤਲਬ ਅਕਮੂਲੇਸ਼ਨ ਆਫ ਡਾਊਨਵਰਡ ਮੂਵਿੰਗ ਫਾਈਨ ਮਟੀਰੀਅਲ ਕੰਸਿਸਟਿੰਗ ਆਫ ਕਲੇ, ਮਿਨਰਲ, ਸਿਲੀਕੇਟ, ਆਇਰਨ, ਐਲੂਮੀਨੀਅਮ, ਪਰਕੋਲੇਟਿੰਗ ਹਿਊਮਸ ਪਾਰਟੀਕਲਸ। ਇਹ ਅਕਮੂਲੇਸ਼ਨ ਫਾਈਨ ਮਟੀਰੀਅਲਸ ਦਾ ਇਹਦੇ ਨਾਲ, ਹੁਣ ਇਹ ਕਿੱਥੋਂ ਲੀਚ ਹੋ ਕੇ ਕਿੱਥੋਂ ਆਣੇ ਆ? ਉੱਪਰ ਵਾਲੇ ਹੋਰੀਜ਼ਨ ਤੋਂ, ਅਤੇ ਆ ਕੇ ਕਿੱਥੇ ਟਿਕ ਜਾਣੇ ਆ? ਬੀ ਹੋਰੀਜ਼ਨ 'ਤੇ। ਅਤੇ ਇਹ ਜਦੋਂ ਅਕਮੂਲੇਟ ਹੋ ਜਾਂਦੇ ਆ ਤਾਂ ਇਹਦੇ ਨਾਲ ਕੀ ਬਣ ਜਾਂਦਾ ਆ, ਕੀ ਹੋ ਜਾਂਦਾ ਆ ਕਿ ਜਿਹੜੇ ਕਹਿ ਲਓ ਇਹ ਇਕੱਠੇ ਹੋ ਜਾਂਦੇ ਆ ਬੀ ਹੋਰੀਜ਼ਨ ਦੇ ਵਿੱਚ ਉੱਪਰੋਂ ਆ ਕੇ, ਤਾਂ ਕਰਕੇ ਇਹਦਾ ਕਲਰ ਹੋਰੀਜ਼ਨ ਦਾ ਡਾਰਕ ਕਲਰ ਹੋ ਜਾਂਦਾ ਆ। ਔਰ ਇਹ ਟੈਕਸਚਰ ਵੀ ਕੋਰਸ, ਮਤਲਬ ਜਿੱਦਾਂ ਚੀਨੀ ਦੇ ਦਾਣੇ ਹੁੰਦੇ ਆ ਇੱਦਾਂ ਦਾ ਖੁਰਦਰਾ ਟੈਕਸਚਰ ਹੋ ਜਾਂਦਾ ਆ, ਕਿਉਂਕਿ ਇਹ ਸਾਰੇ ਜਿਹੜੇ ਕੰਪਾਊਂਡਸ ਆ, ਸਿਲਿਕਾ ਵਗੈਰਾ, ਇਹ ਉੱਥੇ ਇਕੱਠੇ ਹੋਏ ਹੁੰਦੇ ਆ। ਤਾਂ ਇਹਨਾਂ ਦਾ ਆਪਣਾ ਆਪਣਾ ਸਟਰਕਚਰ ਆ, ਉਹਦੇ ਕਾਰਨ ਇਸ ਜ਼ੋਨ ਦਾ ਸਟਰਕਚਰ ਵੀ ਜਿਹੜਾ ਉਹ ਟੈਕਸਚਰਡ ਸਟਰਕਚਰ ਹੋ ਜਾਂਦਾ ਆ, ਕ੍ਰਿਸਟਲ ਲਾਈਕ, ਹੈ ਨਾ। ਨੈਡਿਊਲਸ ਵਗੈਰਾ ਇਸ ਲੇਅਰ ਤੱਕ, ਆਹ ਦੇਖੋ ਰੂਟਸ ਜਿੱਥੇ ਤੱਕ ਜਾਂਦੀ ਆ, ਨੋਡਿਊਲਸ ਵਗੈਰਾ ਡਿਵੈਲਪ ਹੋ ਜਾਂਦੀਆਂ ਇਸ ਜ਼ੋਨ 'ਚ। ਆਹ ਡਾਇਗਰਾਮ 'ਚ ਕਲੀਅਰ ਕੱਟ ਦਿਖ ਰਿਹਾ ਆ, ਦੇਖੋ ਓ ਹੋਰੀਜ਼ਨ, ਫਿਰ A1, A2, B ਤੱਕ ਅਸੀਂ ਪੜ੍ਹ ਲਿਆ ਆ, ਜੜ੍ਹਾਂ B ਤੱਕ ਆ ਜਾਂਦੀਆਂ ਆ। ਨੈਕਸਟ ਇਜ਼ ਸੀ ਹੋਰੀਜ਼ਨ। ਹੁਣ ਜਿਹੜਾ ਸੀ ਹੋਰੀਜ਼ਨ ਆ, ਓਬਵੀਅਸ ਹੈ ਕਿ B ਤੋਂ ਥੱਲੇ ਇਹ ਪ੍ਰੈਜ਼ੈਂਟ ਹੋਏਗਾ। ਇਹ ਇੱਥੇ ਹੁਣ ਸੋਇਲ ਪੇਰੈਂਟ ਮਟੀਰੀਅਲ ਪ੍ਰੈਜ਼ੈਂਟ ਹੁੰਦਾ। ਜਿਵੇਂ ਆਪਾਂ ਫਸਟ ਵੀਡੀਓ 'ਚ ਗੱਲ ਕੀਤੀ ਸੀਗੀ ਕਿ ਸੋਇਲ ਕਿਸੇ ਚੀਜ਼ ਤੋਂ ਬਣਦੀ ਆ, ਪੇਰੈਂਟ ਮਟੀਰੀਅਲ ਤੋਂ ਬਣਦੀ ਆ। ਉਹ ਪੇਰੈਂਟ ਮਟੀਰੀਅਲ ਹੁੰਦੇ ਆ ਰੌਕਸ। ਤਾਂ ਰੌਕਸ ਜਿਹੜੇ ਆ, ਹੋ ਸਕਦਾ 1 ਮਾਰਕ 'ਚ ਤੁਹਾਨੂੰ ਪੁੱਛ ਲੈਣ ਕਿਸ ਜ਼ੋਨ 'ਚ ਰੌਕਸ ਪ੍ਰੈਜ਼ੈਂਟ ਹੁੰਦੇ ਆ, ਤਾਂ ਉਹ ਹੈਗਾ ਸੀ ਜ਼ੋਨ। ਸੀ ਜ਼ੋਨ 'ਚ ਰੌਕਸ ਜਿਹੜੇ ਉਹ ਪ੍ਰੈਜ਼ੈਂਟ ਹੁੰਦੇ ਆ। ਔਰ ਸੀ ਹੋਰੀਜ਼ਨ ਬੀ ਦੇ ਨੀਚੇ ਤਾਂ ਪ੍ਰੈਜ਼ੈਂਟ ਹੀ ਹੁੰਦਾ ਆ। ਸੋਇਲ ਪੇਰੈਂਟ ਮਟੀਰੀਅਲ ਇਹਦੇ ਵਿੱਚ ਡਿਵੈਲਪ ਹੁੰਦਾ ਆ, ਰੌਕਸ ਪ੍ਰੈਜ਼ੈਂਟ ਹੁੰਦੇ ਆ। ਇਹ ਜ਼ੋਨ may have either created in situ or came from bedrock or transported into its present location from elsewhere। ਤਾਂ ਹੁਣ ਇਹ ਜ਼ਮੀਨ ਦੇ ਥੱਲੇ ਜਾਂ ਮਿੱਟੀ ਦੇ ਵਿੱਚ ਇਹ ਰੌਕਸ ਕਿਤੋਂ ਵੀ ਆ ਸਕਦਾ, ਜਾਂ ਤਾਂ ਇਹ ਥੱਲੇ ਵਾਲੇ ਆਹ ਵਾਲੇ ਆਰ ਜ਼ੋਨ ਤੋਂ ਉੱਪਰ ਹੌਲੀ ਹੌਲੀ ਖਿਸਕੇ ਹੁੰਦੇ ਆ, ਜਾਂ ਫਿਰ ਇਹ ਕਿਤੋਂ ਮੀਂਹ ਹਨੇਰੀ ਪਾਣੀ ਨਾਲ ਵਗ ਕੇ ਆ ਕੇ ਹੌਲੀ ਹੌਲੀ ਥੱਲੇ ਧੱਸਦੇ ਗਏ ਅਤੇ ਸੀ ਜ਼ੋਨ 'ਚ ਆ ਕੇ ਸੈਟਲ ਹੋ ਜਾਂਦੇ ਆ। ਜਾਂ ਫਿਰ ਉਹੀ ਉੱਪਰੋਂ ਜਿੱਦਾਂ ਮੈਂ ਦੱਸਿਆ ਟਰਾਂਸਪੋਰਟ ਕਿਤੋਂ ਵੀ ਹੋਏ ਹੁੰਦੇ ਆ। ਹੁਣ ਜਿਹੜਾ ਆਰ ਜ਼ੋਨ ਆ, ਆਰ ਜ਼ੋਨ ਜਿਹੜਾ ਬੀਨੀਥ ਦਾ ਸੀ ਹੋਰੀਜ਼ਨ ਇਹ ਪ੍ਰੈਜ਼ੈਂਟ ਹੁੰਦਾ ਆ। ਇੱਥੇ ਪੂਰੀ ਤਰ੍ਹਾਂ ਅਨਵੈਦਰਡ ਰੌਕ, ਚੱਟਾਨਾਂ, ਪੱਥਰ ਵੱਡੇ ਵੱਡੇ ਪ੍ਰੈਜ਼ੈਂਟ ਹੁੰਦੇ ਆ। ਇਹਨਾਂ ਨੂੰ ਆਪਾਂ ਬੈਡ ਰੌਕ ਕਹਿ ਦਿੰਦੇ ਆ। ਇਹ ਅਨਵੈਦਰਡ ਮਤਲਬ ਟੁੱਟੇ ਹੋ ਨਹੀਂ ਹੁੰਦੇ। ਇਹਨੂੰ ਆਪਾਂ ਕਹਿ ਦਿੰਦੇ ਆ ਡੀ ਹੋਰੀਜ਼ਨ ਵੀ ਕਹਿ ਦਿੰਦੇ ਆ, ਆਰ ਹੋਰੀਜ਼ਨ ਵੀ ਕਹਿ ਦਿੰਦੇ ਆ। ਤਾਂ ਬੇਟਾ ਇੱਕ ਗੱਲ ਧਿਆਨ ਰੱਖਣੀ ਆ ਕਿ ਜਿਹੜੇ ਰੌਕਸ ਆਰ ਜ਼ੋਨ 'ਚ ਜਿਹੜੇ ਰੌਕਸ ਟੁੱਟਦੇ ਆ, ਇੱਥੋਂ ਸੋਇਲ ਫਾਰਮੇਸ਼ਨ ਸਟਾਰਟ ਹੁੰਦਾ ਆ, ਹੈ ਨਾ। ਤੁਸੀਂ ਦੇਖਿਆ ਹੋਣਾ ਪਹਾੜਾਂ 'ਚ ਜਾਂ ਕਿਤੇ ਜੰਗਲਾਂ 'ਚ ਵੀ ਇੱਕਦਮ ਉੱਪਰ ਤੁਹਾਨੂੰ ਰੌਕਸ ਨਹੀਂ ਦਿਖਦੇ। 5-4 ਸੈਂਟੀਮੀਟਰ ਥੱਲੇ ਖੋਦੂਗੇ ਤਾਂ ਰੌਕਸ ਆਉਣੇ ਸ਼ੁਰੂ ਹੁੰਦੇ ਆ। ਉਹ ਰੌਕਸ ਟੁੱਟ ਟੁੱਟ ਕੇ
ਮਿੱਟੀ ਬਣਾ ਕੇ ਮਿੱਟੀ ਦੀਆਂ ਇੰਨੀਆਂ ਪਰਤਾਂ ਜਿਹੜੀਆਂ ਆ ਸੌਫਟ ਮਿੱਟੀ ਬਣ ਜਾਂਦੀ ਆ ਉੱਪਰ ਤੱਕ, ਅਤੇ ਫਿਰ ਜਦੋਂ ਅਸੀਂ ਇਹਦਾ ਪ੍ਰੋਫਾਈਲ ਪੜ੍ਹਨਾ ਆ ਤਾਂ ਉਹ ਸੌਫਟ ਤੋਂ ਹਾਰਡ ਤੱਕ ਪਹੁੰਚਣਾ ਆ ਹੌਰੀਜ਼ਨ। ਬੇਟਾ ਜਿਹੜੀ ਦੂਸਰੀ ਇਸ ਤੋਂ ਨੈਕਸਟ ਵੀਡੀਓ ਆ ਉਹਦੇ ਵਿੱਚ ਵੀ ਮੈਂ ਥੋੜ੍ਹਾ ਜਿਹਾ ਸੋਇਲ ਪ੍ਰੋਫਾਈਲ ਦੱਸਿਆ ਆ, ਉਸ ਤੋਂ ਬਾਅਦ ਸੋਇਲ ਟੈਕਸਚਰ। ਅਤੇ ਇੱਕ ਗੱਲ ਉਸ ਫਸਟ ਵੀਡੀਓ ਦੇ ਵਿੱਚ ਮੈਂ ਦੱਸਣਾ ਭੁੱਲ ਗਈ ਕਿ ਜਿਹੜੇ ਮੈਟਾਮੋਰਫਿਕ ਰੌਕਸ ਆ ਉਹ ਮੈਟਾਮੋਰਫਿਕ ਰੌਕਸ ਇਗਨੀਅਸ ਅਤੇ ਸੈਡੀਮੈਂਟਰੀ ਰੌਕਸ ਤੋਂ ਬਣਦੇ ਆ। ਇਗਨੀਅਸ ਰੌਕਸ ਅਤੇ ਸੈਡੀਮੈਂਟਰੀ ਰੌਕਸ ਟੁੱਟ ਕੇ ਉਹਨਾਂ ਦਾ ਟੈਕਸਚਰ ਚੇਂਜ ਹੋ ਜਾਂਦਾ ਹੈ, ਸਟਰਕਚਰ ਚੇਂਜ ਹੋ ਜਾਂਦਾ ਆ, ਐਂਡ ਦੇ ਫॉर्म ਮੈਟਾਮੋਰਫਿਕ ਰੌਕਸ। ਜਾਂ ਫਿਰ ਇਗਨੀਅਸ ਔਰ ਸੈਡੀਮੈਂਟਰੀ ਰੌਕਸ ਦੇ ਆਲੇ ਦੁਆਲੇ ਮਟੀਰੀਅਲਸ ਜੰਮਦੇ ਰਹਿੰਦੇ ਆ, ਇਹ ਵੀ ਥੋੜ੍ਹੇ ਟੁੱਟਦੇ ਰਹਿੰਦੇ ਆ, ਜੰਮਦੇ ਰਹਿੰਦੇ ਆ, ਟੈਕਸਚਰ ਕੰਪੋਜੀਸ਼ਨ ਚੇਂਜ ਹੋ ਜਾਂਦਾ ਆ, ਉਹਨਾਂ ਨੂੰ ਆਪਾਂ ਮੈਟਾਮੋਰਫਿਕ ਰੌਕਸ ਕਹਿੰਦੇ ਆ। ਉਸ ਵੀਡੀਓ 'ਚ ਮੈਂ ਸਿਰਫ ਇਗਨੀਅਸ ਰੌਕਸ ਕਿਹਾ ਸੀਗਾ ਅਤੇ ਸੈਡੀਮੈਂਟਰੀ ਰੌਕਸ ਤੋਂ ਵੀ ਫਾਰਮ ਹੁੰਦੇ, ਇਹ ਤੁਸੀਂ ਧਿਆਨ ਰੱਖਣਾ ਆ। ਇਸ ਤੋਂ ਬਾਅਦ 'ਚ ਆਪਾਂ ਪੜ੍ਹਾਂਗੇ ਸੋਇਲ ਟੈਕਸਚਰ। ਨਹੀਂ ਸਮਝ ਆਇਆ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ।